ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਸ਼ੋਅ ਦੇ ਵਿੱਚ ਯੂਐਸਏ ਬਾਰੇ ਗੱਲ ਕਰਾਂਗੇ, ਕੈਨੇਡਾ ਬਾਰੇ ਗੱਲ ਕਰਾਂਗੇ। ਸ਼ੁਰੂਆਤ ਯੂਐਸਏ ਤੋਂ ਕਰਨੀ ਹੈ। ਤਾਜ਼ਾ ਮਾਹੌਲ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਸ ਤਰ੍ਹਾਂ ਦੇ ਪ੍ਰੋਫਾਈਲ ਸੇ ਵੀਜ਼ਾ ਆ ਰਹੇ ਨੇ, ਕਿਸ ਤਰ੍ਹਾਂ ਦੀ ਵਿੱਚ ਆਪਾਂ ਕਹਿ ਸਕਦੇ ਹਾਂ ਪਾਬੰਦੀਆਂ ਜਾਂ ਰੁਕਾਵਟਾਂ ਆ ਰਹੀਆਂ ਨੇ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਐਡੂਲੈਂਡ ਇਮੀਗ੍ਰੇਸ਼ਨ ਸੋ ਵੀਜ਼ਾ ਐਕਸਪਰਟ ਮਿਸਟਰ ਗੁਰਪ੍ਰੀਤ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਯੂਐਸਏ ਤੋਂ ਜਿਵੇਂ ਕਿ ਆਪਾਂ ਸ਼ੁਰੂਆਤ ਕਰਨੀ ਹੈ ਤਾਂ ਜ਼ਰੂਰ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦਾ ਸਕਸੈਸ ਰੇਟ ਆ ਰਿਹਾ ਹੈ। ਜੋ ਹੁਣ ਫਾਈਲ ਲੱਗੀਆਂ ਹੋਈਆਂ ਸੀ, ਕਿਸ ਤਰ੍ਹਾਂ ਦੇ ਵੀਜ਼ਾ ਸਕਸੈਸ ਰੇਟ ਆਪਾਂ ਮੰਨ ਸਕਦੇ ਹਾਂ? यूएस ਦਾ ਸਕਸੈਸ ਰੇਟ ਹਮੇਸ਼ਾ ਹੀ ਬਹੁਤ ਅੱਛਾ ਰਿਹਾ ਹੈ ਜੀ, ਬਟ ਇੱਕੋ ਹੀ ਚੀਜ਼ ਰਹੀ ਹੈ, ਜਿਹੜਾ ਸਟੂਡੈਂਟ ਕੌਨਫੀਡੈਂਟ ਹੈ ਉਹਨੂੰ ਵੀਜ਼ਾ ਮਿਲ ਜਾਏਗਾ। ਫਿਰ ਉਹ ਚਾਹੇ 12th ਪਾਸ ਆਊਟ ਹੈ, 12th ਤੋਂ ਬਾਅਦ ਡਿਪਲੋਮਾ ਪਾਸ ਆਊਟ ਹੈ, ਜਾਂ 3 ਈਅਰ ਗ੍ਰੈਜੂਏਟ ਜਾਂ 4 ਈਅਰ ਗ੍ਰੈਜੂਏਟ। 3 ਔਰ 4 ਈਅਰ ਤਾਂ ਮੈਂ ਤਾਂ ਬੋਲਿਆ ਕਿਉਂਕਿ ਸਾਡੇ ਕੋਲ ਕਈ ਡਿਗਰੀਜ਼ ਜਿਹੜੀਆਂ 3 ਸਾਲ ਦੀਆਂ ਨੇ, ਕਈ ਡਿਗਰੀਆਂ ਸਾਡੇ ਕੋਲ 4 ਸਾਲ ਦੀਆਂ ਨੇ। ਹਰ ਬੱਚੇ ਨੂੰ ਵੀਜ਼ਾ ਮਿਲੇਗਾ ਔਰ ਪਰ ਉਹ ਕੌਨਫੀਡੈਂਸ ਹੋਣਾ ਜ਼ਰੂਰੀ ਹੈ। ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਬਾਹਰ ਜਾ ਕੇ ਕੀ ਕਰਨ ਵਾਲਾ ਹੈ, ਉਹਦੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ। ਤਾਂ ਯੂਐਸ ਦਾ ਸਕਸੈਸ ਰੇਟ ਸ਼ੁਰੂ ਤੋਂ ਹੀ ਵਧੀਆ ਰਿਹਾ ਵਾ। ਅੱਗੇ ਵਧੀਆ ਕਿਉਂ ਰਹੇਗਾ? ਕਿਉਂਕਿ ਇਹ ਯੂਐਸ ਦੇ ਜਨਰਲ ਕਾਉਂਸਲੈਂਟ ਦੀ ਮੈਂ ਇੰਟਰਵਿਊ ਦੇਖੀ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ 8 ਲੱਖ ਵੀਜ਼ੇ ਦੇਣੇ ਆ। ਸੋ ਮਤਲਬ ਕਿਤੇ ਨਾ ਕਿਤੇ ਬਹੁਤ ਵੱਡਾ ਹੁੰਗਾਰਾ ਆ। ਇੱਕ ਤੁਸੀਂ ਇਹ ਕਹਿ ਲਓ ਕਿ ਇੰਡੀਅਨ ਸਟੂਡੈਂਟਸ ਦੇ ਲਈ, ਇੰਟਰਨੈਸ਼ਨਲ ਸਟੂਡੈਂਟ ਦੇ ਲਈ ਕਿ ਉਹ ਵੀਜ਼ਾ ਦੇਣਾ ਚਾਹੁੰਦੇ ਨੇ, ਬਟ ਤੁਹਾਡਾ ਕੌਨਫੀਡੈਂਸ, ਤੁਹਾਡੀ ਜੈਨੂਇਨਿਟੀ, ਇਹ ਦੋਨੋਂ ਚੀਜ਼ਾਂ ਮੈਟਰ ਕਰਨਗੀਆਂ ਔਰ ਤੁਹਾਨੂੰ ਇਹ ਵੀਜ਼ਾ ਦਿਲਵਾਉਣਗੀਆਂ। ਬਿਲਕੁਲ ਸਹੀ ਕਿਹਾ ਤੁਸੀਂ। ਕੌਨਫੀਡੈਂਸ ਇੱਕ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਜਿੱਥੇ ਗੱਲ ਇੰਟਰਵਿਊ ਦੀ ਆ ਜਾਂਦੀ ਹੈ, ਸਟੂਡੈਂਟਸ ਜ਼ਿਆਦਾਤਰ ਅਸੀਂ ਦੇਖਦੇ ਹਾਂ ਘਬਰਾ ਜਾਂਦੇ ਨੇ। ਸੋ ਇੱਥੇ ਮੈਂ ਥੋੜਾ ਜਿਹਾ ਵਿੱਚ, ਚਾਹੇ ਆਪਾਂ ਇਨਫੋਰਮੇਸ਼ਨ ਦੀ ਗੱਲ ਕਰ ਰਹੇ ਹਾਂ, ਪਰ ਥੋੜਾ ਟਿਪਸ ਵੀ ਜ਼ਰੂਰ ਤੁਹਾਡੇ ਤੋਂ ਲੈਣਾ ਚਾਹੂੰਗੀ ਸਟੂਡੈਂਟਸ ਦੇ ਲਈ। ਪਰ ਨਾਲ ਦੀ ਨਾਲ ਸਾਡੇ ਕੋਲ ਜਿਹੜੇ ਕਾਲਰਸ ਵੀ ਜੁੜ ਰਹੇ ਨੇ, ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਅੱਜ ਅਸੀਂ ਜੋ ਹੈ ਡਿਸਕਸ਼ਨ ਦੇ ਉੱਪਰ ਜ਼ਿਆਦਾ ਫੋਕਸ ਜ਼ਰੂਰ ਕਰਾਂਗੇ ਤਾਂ ਕਿ ਬਹੁਤ ਖਾਸ ਗੱਲਾਂ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ। ਸੋ ਕਾਲਰਸ ਦੀ ਕਾਲਸ ਵੀ ਅਸੀਂ ਅਟੈਂਡ ਜ਼ਰੂਰ ਕਰਦੇ ਰਹਾਂਗੇ। ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਤੁਸੀਂ ਸ਼ੋਅ ਦੇ ਦੌਰਾਨ ਤਾਂ ਕਾਲ ਕਰ ਸਕਦੇ ਹੋ। ਇਨ ਕੇਸ ਤੁਹਾਡੀ ਕਾਲ ਸ਼ੋਅ ਦੌਰਾਨ ਅਸੀਂ ਨਹੀਂ ਪਿਕ ਕਰ ਪਾਉਂਦੇ ਹਾਂ, ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਐਡੂਲੈਂਡ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕੀ ਕਹਿਣਾ ਚਾਹੋਗੇ ਜਿਹੜੇ ਸਟੂਡੈਂਟਸ ਘਬਰਾਉਂਦੇ ਨੇ ਇੰਟਰਵਿਊਜ਼ ਤੋਂ, ਜਾਂ ਫਿਰ ਪਹਿਲਾਂ ਤਾਂ ਬਹੁਤ ਚੰਗੀ ਤਰ੍ਹਾਂ ਪ੍ਰਿਪੇਅਰ ਹੁੰਦੇ ਨੇ ਲੇਕਿਨ ਜਦੋਂ ਪਹੁੰਚਦੇ ਨੇ ਇੰਟਰਵਿਊ ਦੇ ਲਈ ਤਾਂ ਉੱਥੇ ਉਹਨਾਂ ਦਾ ਜੋ ਕੌਨਫੀਡੈਂਸ ਹੈ ਉਹ ਕਿਤੇ ਨਾ ਕਿਤੇ ਵੀਕ ਪੈ ਜਾਂਦਾ ਹੈ? ਦੇਖੋ, ਬੇਸਿਕਲੀ ਵੀਕ ਉਦੋਂ ਹੁੰਦਾ ਜਦੋਂ ਸਟੂਡੈਂਟ ਦੇ ਕੋਲ ਕੋਈ ਨਾ ਕੋਈ ਡਾਕੂਮੈਂਟ ਫੋਰਜ ਹੁੰਦਾ। ਜੀ ਜੀ। ਦੇਖੋ, ਮੈਂ ਬਹੁਤ ਸਟ੍ਰੇਟ ਫਾਰਵਰਡ ਗੱਲ ਕਰਾਂਗਾ ਅੱਜ। ਇਹ ਗੱਲ ਇੱਦਾਂ ਦੀ ਹੈ ਕਿ ਇਹ ਕਰਨੀ ਜ਼ਰੂਰੀ ਹੈ, ਕਿਉਂਕਿ ਜਦੋਂ ਇੱਕ ਸਟੂਡੈਂਟ ਘਰੋਂ ਨਿਕਲਦਾ ਮਾਂ-ਬਾਪ ਦੇ ਨਾਲ ਕਿਸੇ ਵੀ ਕੰਟਰੀ ਦਾ ਅਪਲਾਈ ਕਰਨ ਦੇ ਲਈ, ਜੀ, ਉਹਨਾਂ ਨੂੰ ਜ਼ਰੂਰੀ ਹੈ ਕਿ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ। ਜੀ ਜੀ। ਸੋ ਮੈਨੂੰ ਤਾਂ ਕਾਲ ਵੱਜ ਰਹੀ ਹੈ ਲਗਾਤਾਰ। ਬਿਲਕੁਲ, ਪਹਿਲਾਂ ਰਿਸੀਵ ਕਰ ਲੈਂਦੇ ਆ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜਸਪ੍ਰੀਤ ਗੱਲ ਕਰ ਰਹੀ ਹਾਂ ਮੈਂ ਮੋਗਾ ਤੋਂ। ਹਾਂਜੀ ਜਸਪ੍ਰੀਤ ਜੀ, ਕੀ ਸਵਾਲ ਹੈ? ਮੈਂ ਐਕਚੁਅਲੀ ਪੁੱਛਣਾ ਸੀਗਾ ਕਿ ਮੈਂ ਮਤਲਬ ਆਇਲਟਸ ਕੀਤੀ ਹੈ, ਮੇਰੀ 6.5 ਹੈ, ਨੋਟ ਲੈਸ ਦੈਨ 6 ਸਟੈਂਡ ਹੈ। ਠੀਕ ਹੈ। ਮੈਂ ਜੀਐਨਐਮ ਕੀਤੀ ਹੋਈ ਹੈ ਮੈਮ। ਤਾਂ ਮੈਂ ਪੁੱਛਣਾ ਸੀਗਾ ਕਿ ਜਿਹੜਾ ਸੋਸ਼ਲ ਵਰਕਰ ਦਾ ਹੈਗਾ ਕੋਰਸ ਰੈਲੇਵੈਂਟ ਹੈ ਜੀਐਨਐਮ ਲਈ? ਹਾਂਜੀ, ਬਿਲਕੁਲ। ਦੇਖੋ, ਜਿਹੜਾ ਇਹ ਸੋਸ਼ਲ ਸਰਵਿਸ ਵਰਕਰ ਪ੍ਰੋਗਰਾਮ ਹੁੰਦਾ ਵਾ, ਦਿਸ ਇਜ਼ ਪਰਫੈਕਟਲੀ ਮੈਚ ਫॉर ਦਾ ਜੀਐਨਐਮ ਪ੍ਰੋਗਰਾਮ, ਬੀਐਸਸੀ ਨਰਸਿੰਗ ਪ੍ਰੋਗਰਾਮ। ਐਂਡ ਇਹਦੇ ਵਿੱਚ ਜਾ ਸਕਦੇ, ਬਟ ਇਹਦੇ ਵਿੱਚ ਕੁਝ ਬ੍ਰਾਂਚਿਸ ਹੁੰਦੀਆਂ ਨੇ। ਜਿਵੇਂ ਸੋਸ਼ਲ ਸਰਵਿਸ ਵਰਕਰ ਇੱਕ ਨਾਰਮਲ ਪ੍ਰੋਗਰਾਮ ਹੁੰਦਾ, ਇੱਕ ਸੋਸ਼ਲ ਸਰਵਿਸ ਵਰਕਰ ਜੈਨੇਟੋਲੋਜੀ ਪ੍ਰੋਗਰਾਮ ਹੁੰਦਾ ਵਾ, ਇੱਕ ਸੋਸ਼ਲ ਸਰਵਿਸ ਵਰਕਰ ਡਿਵੈਲਪਮੈਂਟ ਪ੍ਰੋਗਰਾਮ ਹੁੰਦਾ ਵਾ। ਇਹ 3-4 ਪ੍ਰੋਗਰਾਮ ਹੈ, ਕੁਝ 1 ਸਾਲ ਦਾ ਹੈ, ਕੋਈ 2 ਸਾਲ ਦਾ, ਇਹ ਡਿਪੈਂਡ ਕਰਦਾ। ਬਟ ਦਿਸ ਪ੍ਰੋਗਰਾਮ ਇਜ਼ 100% ਪਰਫੈਕਟ ਫॉर ਦਾ ਜੀਐਨਐਮ ਸਟੂਡੈਂਟਸ। ਜੀ 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 ਜੀ, ਬਿਲਕੁਲ। ਸੋ ਇਸੇ ਤਰੀਕੇ ਨਾਲ ਕਈ ਅਲੱਗ-ਅਲੱਗ ਪ੍ਰੋਫਾਈਲਸ ਹੁੰਦੀਆਂ ਸਟੂਡੈਂਟਸ ਦੀਆਂ, ਔਰ ਤੁਹਾਡੇ ਕੋਈ ਵੀ ਸਵਾਲ ਹੋਵੇ ਸੋ ਅਸੀਂ ਇਸ ਲਈ ਸ਼ਾਮਿਲ ਕਰਦੇ ਹਾਂ ਹਰੇਕ ਸਵਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮਹਿੰਦਰ ਗੱਲ ਕਰ ਰਿਹਾ ਮੈਡਮ, ਚੰਡੀਗੜ੍ਹ ਤੋਂ। ਹਾਂਜੀ, ਕੀ ਸਵਾਲ ਹੈ? ਮੈਡਮ ਮੈਂ ਕੈਨੇਡਾ ਦੇ ਬਾਰੇ ਪੁੱਛਣਾ ਸੀਗਾ। ਅਗਰ ਪੀਟੀ ਦੇ ਵਿੱਚ 60 ਨੰਬਰ ਨੇ ਹਾਂਜੀ, ਔਰ +2 ਮੈਂ 2021 ਪਾਸ ਆਊਟ ਆ, ਆਈਲੈਟਸ ਮੇਰੇ ਤੋਂ ਕਲੀਅਰ ਨਹੀਂ ਹੋਈ, ਮੈਂ 2 ਵਾਰੀ ਅਟੈਂਪਟ ਕਰ ਦਿੱਤਾ, ਮੇਰੇ ਪੈਨ ਤਾਂ ਕੇ ਪਾਸ ਉੱਤਰ ਨਹੀਂ ਆਉਂਦੇ ਜੀ। ਲੇਕਿਨ ਪੀਟੀ ਮੈਂ 60 ਨੰਬਰ ਲੈ ਲਏ ਤੇ ਹੁਣ ਕੈਨੇਡਾ ਜਨਵਰੀ ਇਨਟੇਕ 'ਚ ਮੈਂ ਅਪਲਾਈ ਕਰਾਂ ਤਾਂ ਸੀਟ ਮਿਲ ਜਾਏਗੀ? ਜੀ ਬਿਲਕੁਲ ਮਹਿੰਦਰ ਜੀ, ਤੁਸੀਂ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਵਾ, ਕਿਉਂਕਿ ਪੀਟੀ ਨੂੰ ਲੈ ਕੇ ਬਹੁਤ ਸਾਰਾ ਸਟੂਡੈਂਟ ਜਿਹੜਾ ਕੈਨੇਡਾ ਜਾਣ ਵਾਲਾ ਤਬਕਾ ਵਾ
ਉਹ ਤਬਕਾ ਮਤਲਬ ਤੁਸੀਂ ਇਹ ਦੇਖ ਸਕਦੇ ਹੋ ਕਿ ਕਾਫੀ ਵੱਡੇ ਲੈਵਲ ਤੇ ਡਰਦਾ ਹੈ ਜੀ। ਅੱਜ ਜਦੋਂ ਬੱਚਾ ਅਪਲਾਈ ਕਰਨ ਲੱਗਦਾ ਪੀਟੀ ਲਈ ਅੱਗੇ ਤੁਰਨ ਲੱਗਦਾ ਵਾ ਉਹਦੇ ਮਨ 'ਚ ਆ ਜਾਂਦਾ ਕਿ ਸ਼ਾਇਦ ਪੀਟੀ ਕਰਕੇ ਮੇਰੀ ਰਿਫਿਊਜ਼ਲ ਆ ਜਾਏਗੀ। ਪੀਟੀ ਨੂੰ ਦੇਖਦੇ ਹੋਏ ਬੱਚਾ ਅਪਲਾਈ ਨਹੀਂ ਕਰਦਾ। ਮੈਂ ਦੱਸ ਦੇਣਾ ਚਾਹੁੰਦਾ ਇੱਕ ਥੰਬ ਰੂਲ ਹੈ, ਜੇ ਓਵਰਆਲ 6 ਬੈਂਡ ਐਜ਼ ਕੰਪੇਅਰ ਟੂ ਚਾਹੀਦੇ ਆ ਪੀਟੀ ਦੇ ਵਿੱਚ ਤਾਂ ਪੀਟੀ 'ਚ 6.5 ਕਰ ਲਓ, ਮਤਲਬ ਜਿਹੜੇ 6.5 ਬਣਦੇ ਹੋਣ ਆਈਲੈਟਸ ਦੇ। ਸੋ ਅਗਰ ਤੁਸੀਂ ਜਾਣਾ ਚਾਹੁੰਦੇ ਹੋ +2 ਸਟੂਡੈਂਟ ਅਗਰ 58 ਹੈਗੇ ਨੇ ਤੇ ਉਸ ਤੋਂ ਉੱਤੇ ਨੰਬਰ ਦੇ ਤਾਂ ਜਾ ਸਕਦੇ, ਤੁਹਾਡੇ 60 ਹੈ, ਖੁੱਲਾ ਸੱਦਾ ਹੈ, ਵੈਲਕਮ ਹੈਗਾ ਤੁਹਾਨੂੰ, ਤੁਸੀਂ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਸੀਟ ਐਡੂਲੈਂਡ ਤੁਹਾਨੂੰ ਲੈ ਕੇ ਦੇਗਾ, ਦੈਟ ਇਜ਼ ਫॉर श्योर। ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਕਾਲਜ ਹੱਲੇ ਵੀ ਖੁੱਲੇ ਨੇ ਜਨਵਰੀ ਇਨਟੇਕ ਦੇ ਲਈ ਔਰ ਆਰਾਮ ਨਾਲ ਸੀਟ ਮਿਲੇਗੀ ਔਰ ਤੁਹਾਨੂੰ ਜਿਹੜੀ ਆਫਰ ਲੈਟਰ ਉਹ ਵੀ 5-10 ਦਿਨ ਦੇ ਵਿੱਚ ਮਿਲ ਜਾਏਗੀ ਜੀ। ਜੀ 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 ਬਿਲਕੁਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਮ ਆਪਾਂ ਦੇਖ ਰਹੇ ਸੀ ਸ਼ੋਅ ਦੇ ਤਾਂ ਯੂਐਸ ਦੇ ਬਾਰੇ ਪੁੱਛਣਾ ਸੀਗਾ। ਹਾਂਜੀ ਹਾਂਜੀ ਯੂਐਸ ਦੇ ਜਾਣ ਦੀ ਮੈਂ ਪੁੱਛਣਾ ਸੀਗਾ। ਹਾਂਜੀ, ਪ੍ਰੋਫਾਈਲ ਦੱਸ ਦਿਓ ਫਿਰ ਆਪਣੀ। ਪ੍ਰੋਫਾਈਲ ਨੂੰ +2 ਕਰੀ ਆ ਹੁਣੇ ਠੀਕ ਹੈ। ਤੇ ਇਹ ਆਪਾਂ 85% ਨੰਬਰ 85 ਤੇ ਹੁਣ ਆਪਣਾ ਵੈਸੇ ਮੈਂ ਪੀਡੀ ਕਰ ਰਿਹਾ ਜੀ। ਮਤਲਬ ਪੇਪਰ ਵੀ ਦਿੱਤਾ ਵੈਸੇ ਕਰ ਰਿਹਾ ਤੇ ਉਹ ਤੋਂ ਜਿਹੜਾ ਯੂਐਸਏ ਦਾ ਉਹਦੇ ਲਈ ਆਈਲੈਟਸ ਨੇ ਕੁਝ ਕਰਨਾ ਪਊਗਾ ਜਾਂ ਇਦਾਂ ਵੀ ਹੋ ਸਕਦਾ ਹੈ? ਠੀਕ ਹੈ, ਹਾਂਜੀ ਬਿਲਕੁਲ। ਇਹ ਵੀ ਇੱਕ ਅਹਿਮ ਮੁੱਦਾ ਵਾ, ਭਖਦਾ ਹੋਇਆ ਮੁੱਦਾ ਵਾ ਅੱਜ ਦੀ ਡੇਟ 'ਚ ਯੂਐਸਏ ਦੇ ਲਈ। ਬਹੁਤ ਸਾਰੇ ਬੰਦਿਆਂ ਦੀ ਕੁਐਰੀ ਹੈਗੀ ਹੈ ਕਿ ਇੰਗਲਿਸ਼ ਜੇ ਟੈਸਟ ਕਰਨਾ ਹੈ ਤਾਂ ਕਿਹੜਾ ਕਰਨਾ ਹੈ, ਕਿ ਉਹ ਇੰਗਲਿਸ਼ ਟੈਸਟ ਤੋਂ ਬਿਨਾਂ ਸਰ ਵੀ ਸਕਦਾ ਹੈ, ਕਿਉਂਕਿ ਜਦੋਂ ਅਸੀਂ ਇੰਗਲਿਸ਼ ਨੂੰ ਜ਼ਿਹਨ 'ਚ ਲੈ ਕੇ ਆਉਂਦੇ ਫਿਰ ਆਈਲੈਟਸ ਵੀ ਆਉਂਦਾ, ਪੀਟੀ ਵੀ ਆਉਂਦਾ, ਟੋਫਲ ਵੀ ਆਉਂਦਾ, ਨਾਲ ਡਿਊਲਿੰਗੋ ਵੀ ਆਉਂਦਾ ਜੀ। ਤਾਂ ਮੈਂ ਦੱਸ ਦੇਣਾ ਚਾਹੁੰਦਾ ਚਾਰੋਂ ਟੈਸਟ ਵੀ ਲੈ ਸਕਦੇ ਹੋ। ਚਾਰਾਂ ਤੋਂ ਬਿਨਾਂ ਵੀ ਅਗਰ ਜਾਣਾ ਚਾਹੁੰਦੇ ਤਾਂ ਯੂਨੀਵਰਸਿਟੀਆਂ ਨੇ ਜਿਹੜੀਆਂ MOI ਬੇਸਿਸ ਦੇ ਉੱਤੇ ਤੁਹਾਨੂੰ ਐਕਸੈਪਟ ਕਰਦੀਆਂ ਨੇ। MOI ਮਤਲਬ ਜਿਹੜੀ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਹੈ ਜੋ ਇੰਗਲਿਸ਼ ਮੀਡੀਅਮ 'ਚ ਹੈ। MOI ਦਾ ਮਤਲਬ ਮੀਡੀਅਮ ਆਫ ਇੰਸਟਰਕਸ਼ਨ। MOI ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਵਿਦਆਊਟ ਆਈਲੈਟਸ ਵੀ ਆਪਣੀਆਂ ਸਟੱਡੀਜ਼ ਨੂੰ ਪ੍ਰੋਸੀਡ ਕਰ ਸਕਦੇ ਹੋ US ਦੇ ਵਿੱਚ। ਸੋ ਇਹ ਡਰਨ ਦੀ ਬਿਲਕੁਲ ਲੋੜ ਨਹੀਂ ਹੈ, ਡਿਸਕਸ ਕਰਨ ਦੀ ਲੋੜ ਹੈ। ਡਿਸਕਸ ਕਰੋਗੇ ਤਾਂ ਅਸੀਂ ਤੁਹਾਨੂੰ ਸੋਲੂਸ਼ਨ ਦੇ ਦਾਂਗੇ। ਐਸ ਮੇਰਾ ਜਿਹੜਾ ਆਪਣਾ ਪਰਸਨਲ ਐਕਸਪੀਰੀਅੰਸ ਹੈ US ਲਈ ਉਹ 15 ਸਾਲ ਦਾ ਹੋ ਚੁੱਕਿਆ, ਕ੍ਰਾਸ ਕਰ ਗਿਆ ਵਾ। ਸੋ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਤਰੀਕੇ ਨਾਲ ਗਾਈਡ ਕਰਾਂਗਾ ਜਿਹਨਾਂ ਤੁਹਾਨੂੰ ਨਾ ਤਾਂ ਵੀਜ਼ਾ 'ਚ ਪ੍ਰੋਬਲਮ ਆਏਗੀ ਨਾ ਜਾ ਕੇ ਪ੍ਰੋਬਲਮ ਆਏਗੀ। ਜੀ ਜੀ। ਸੋ ਇਹ ਦੋਨੋਂ ਚੀਜ਼ਾਂ ਦਾ ਖਾਸ ਧਿਆਨ ਐਡੂਲੈਂਡ ਇਮੀਗ੍ਰੇਸ਼ਨ ਵੱਲੋਂ ਰੱਖਿਆ ਜਾਏਗਾ। ਜੀ 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 ਬਿਲਕੁਲ। ਹਾਲਾਂਕਿ ਕਾਲਸ ਲਗਾਤਾਰ ਢੇਰ ਸਾਰੇ ਆ ਰਹੀ, ਪਰ ਇੱਥੇ ਮੈਂ ਜ਼ਰੂਰ ਆਪਾਂ USA ਦੀ ਜਦੋਂ ਗੱਲ ਹੁੰਦੀ ਹੈ ਬਹੁਤ ਸਾਰੇ ਕਈ ਲੋਕ ਸੋਚਦੇ ਆ ਬਹੁਤ ਹੀ ਜ਼ਿਆਦਾ ਈਜ਼ੀ ਹੈ, ਕਈ ਲੋਕਾਂ ਨੂੰ ਲੱਗਦਾ ਬਹੁਤ ਹੀ ਜ਼ਿਆਦਾ ਟਫ ਹੈ। ਅਗਰ ਆਪਾਂ ਐਗਜ਼ੈਕਟ ਕੋਈ ਡੈਫੀਨੇਸ਼ਨ ਦਿੰਦੇ ਆ ਤਾਂ USA ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ? ਮੈਨੂੰ ਲੱਗਦਾ USA ਨੂੰ ਇੱਕ ਇਸ ਨਜ਼ਰ ਨਾਲ ਦੇਖਣਾ ਚਾਹੀਦਾ ਕਿ ਉਹ ਤੁਹਾਨੂੰ ਇੱਕ ਫੇਅਰ ਚਾਂਸ ਦਿੰਦੇ ਆ ਆਪਣੇ ਸਾਹਮਣੇ ਖੜ ਕੇ ਗੱਲ ਕਰਨ ਦਾ ਔਰ ਵੀਜ਼ਾ ਲੈਣ ਦਾ। ਓਕੇ। ਪੇਪਰ ਬੇਸਡ ਵੀਜ਼ਾ ਨਹੀਂ ਹੈ ਕਿ ਤੁਹਾਡੇ ਪੇਪਰ ਵੀ ਚੰਗੇ ਸੀ ਔਰ ਤੁਹਾਨੂੰ ਪੇਪਰ ਦੇਖਣ ਤੋਂ ਬਾਅਦ ਵੀ ਵੀਜ਼ਾ ਆਫਿਸਰ ਨੇ ਰਿਫਿਊਜ਼ ਕਰਤਾ ਔਰ ਆਫਰ ਜਿਹੜੀ ਰਿਜੈਕਸ਼ਨ ਲੈਟਰ ਦਿੱਤੀ ਇੱਕ ਜੈਨਰਿਕ ਦੇਤੀ ਕਿ ਤੁਸੀਂ ਵਾਪਸ ਨਹੀਂ ਆਣਾ। ਤੁਸੀਂ ਸਹੀ ਸੁਣ ਰਹੇ ਹੋ, ਮੈਂ ਕੈਨੇਡਾ ਦੀ ਗੱਲ ਕਰ ਰਿਹਾ ਹਾਂ। ਕੈਨੇਡਾ ਦੇ ਵਿੱਚ ਵੀ ਅੱਜ ਦੀ ਡੇਟ 'ਚ ਕਈ ਬੱਚੇ ਇਦਾਂ ਦੇ ਨੇ। ਮੈਂ ਨਹੀਂ ਕਹਿੰਦਾ ਕਿ ਸਕਸੈਸ ਰੇਟ ਡਾਊਨ ਚਲਾ ਗਿਆ ਜਾਂ ਸਕਸੈਸ ਰੇਟ ਬਹੁਤ ਘਟ ਗਿਆ ਹੈ। ਅੱਜ ਵੀ ਕੈਨੇਡਾ ਵੀਜ਼ਾ ਦੇ ਰਿਹਾ ਵਾ, ਕੈਨੇਡਾ ਦਿੰਦਾ ਰਹੂਗਾ ਵੀਜ਼ਾ, ਬਟ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਦੇਖਿਆ ਜਾਂਦਾ ਵਾ ਕਿ ਜਦੋਂ ਕੁਝ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਐਲੀਜੀਬਲ ਆ ਬਟ ਉਹਨਾਂ ਕੋਲ ਵੀ ਰਿਫਿਊਜ਼ਲ ਹੈ, ਆਪਣੀ ਦੱਸਣ ਦਾ ਮੌਕਾ ਨਹੀਂ ਮਿਲਿਆ ਕਿ ਮੈਂ ਕਿਉਂ ਜਾਣਾ ਚਾਹੁੰਦਾ। ਔਰ USA ਇੱਕ ਇਦਾਂ ਦਾ ਪਲੇਟਫਾਰਮ ਹੈਗਾ ਵਾ ਜਿੱਥੇ ਤੁਸੀਂ ਖੁਦ ਖੜ ਕੇ ਸਾਹਮਣੇ ਦੱਸ ਸਕਦੇ ਹੋ ਕਿ ਜੀ ਮੈਂ ਜਾਣਾ ਚਾਹੁੰਦਾ, ਮੇਰੀ ਪ੍ਰੋਫਾਈਲ ਇਹ ਹੈ, ਮੇਰਾ ਜਾਣ ਦਾ ਏਮ ਇਹ ਹੈ, ਮੇਰੀ ਫੈਮਿਲੀ ਦੀ ਇਨਕਮ ਇੰਨੀ ਹੈ, ਮੈਨੂੰ ਵੀ ਇੰਨੇ ਤਰੀਕੇ ਨਾਲ ਸਪੋਰਟ ਕਰ ਸਕਦੀ ਹੈ, ਆਪਣੀ ਪੜ੍ਹ ਕੇ ਪੜ੍ਹਾਈ ਮੈਂ ਵਾਪਸ ਆ ਜਾਣਾ ਵਾ। ਜੇ ਇਸ ਤੁਹਾਡੇ 'ਚ ਹੈਗਾ ਵਾ ਤਾਂ ਤੁਸੀਂ US ਜਾ ਸਕਦੇ ਹੋ। 50 ਦੀਆਂ 50 ਸਟੇਟ ਦੇ ਵਿੱਚ ਆਪਸ਼ਨ ਪਏ ਆ। ਮੇਰੇ ਆਪਣੇ ਘੱਟੋ ਘੱਟ 4,500 ਬੱਚਾ ਜਿਹੜਾ US ਵਿੱਚ ਇਸ ਟਾਈਮ ਪੜ੍ਹਦਾ ਪਿਆ ਵਾ। ਔਰ ਮੋਰ ਓਵਰ ਗੱਲ ਕਹੂੰਗਾ ਜੇ ਤੁਸੀਂ ਆਉਂਦੇ ਹੋ ਐਡੂਲੈਂਡ ਇਮੀਗ੍ਰੇਸ਼ਨ 'ਚ, ਮੈਂ ਜੁਲਾਈ ਦੇ ਵਿੱਚ ਲੱਗੇ ਵੀਜ਼ੇ ਦਿਖਾਊਂਗਾ ਤਾਂ ਅਗਸਤ ਵਿੱਚ ਫਾਈਲਾਂ ਫੜੂੰਗਾ। ਸਤੰਬਰ ਦੇ ਵਿੱਚ ਮੈਂ ਅਗਸਤ ਦੇ ਵੀਜ਼ੇ ਲੱਗੇ ਦਿਖਾਊਂਗਾ ਤਾਂ ਮੈਂ ਸਤੰਬਰ ਦੇ ਵਿੱਚ ਫਾਈਲਾਂ ਨਵੀਆਂ ਲਵਾਂਗਾ। ਮੈਂ ਤੁਹਾਨੂੰ ਹਮੇਸ਼ਾ ਲੇਟੈਸਟ ਵੀਜ਼ਾ ਨਾਲ ਰੂਬਰੂ ਕਰਾਵਾਂਗਾ ਤਾਂ ਕਿ ਤੁਹਾਡਾ ਕੌਨਫੀਡੈਂਸ ਬਰਕਰਾਰ ਰਵੇ ਔਰ ਤੁਹਾਨੂੰ ਪਤਾ ਚੱਲੇ ਕਿ ਸਕਸੈਸ ਰੇਟ US ਦਾ ਬਰਕਰਾਰ ਹੈ, ਵਧੀਆ ਚੱਲ ਰਿਹਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਅੱਛਾ ਜਾਣ ਵਾਲਾ ਵਾ। ਜੀ 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 ਬਿਲਕੁਲ। ਸੋ ਇਸੇ ਲਈ ਇਹ ਸ਼ੋਅ ਵੀ ਅਸੀਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਹਰੇਕ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ। ਵੀਜ਼ਾ ਐਕਸਪਰਟਸ ਨੂੰ ਲੈ ਕੇ ਆਉਂਦੇ ਹਾਂ ਸ਼ੋਅ ਵਿੱਚ ਤਾਂ ਕਿ ਉਹ ਆਪਣੇ ਐਕਸਪੀਰੀਅੰਸ ਦੇ ਨਾਲ, ਤਜਰਬੇ ਦੇ ਨਾਲ ਜੋ ਚੀਜ਼ਾਂ ਉਹਨਾਂ ਨੂੰ ਪਤਾ ਉਹ ਤੁਹਾਡੇ ਤੱਕ ਪਹੁੰਚਾਉਣ ਇਸ ਸ਼ੋਅ ਦੇ ਜ਼ਰੀਏ। ਬਾਕੀ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਜੀ, ਇਸ ਉੱਪਰ ਕਾਲ ਕਰਕੇ ਸ਼ੋਅ ਦੇ ਦੌਰਾਨ, ਸ਼ੋਅ ਤੋਂ ਬਾਅਦ ਵੀ ਤੁਸੀਂ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਐਡੂਲੈਂਡ ਇਮੀਗ੍ਰੇਸ਼ਨ ਦੇ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਵਧੀਆ ਰਹੇਗਾ ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਦੇ ਹੋ, ਡਾਕੂਮੈਂਟਸ ਲੈ ਕੇ ਆਉਂਦੇ ਹੋ, ਅਸੈਸਮੈਂਟ ਹੋਏਗੀ, ਤੁਹਾਨੂੰ ਵਧੀਆ ਗਾਈਡੈਂਸ ਮਿਲੇਗੀ ਤਾਂ ਕਿ ਤੁਸੀਂ ਇੱਕ ਚੰਗਾ ਡਿਸੀਜਨ ਲੈ ਕੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਂ ਚੰਡੀਗੜ੍ਹ ਤੋਂ ਬੋਲ ਰਹੀ ਹਾਂ। ਮੇਰਾ ਨਾਮ ਕਿਰਨ ਹੈ। ਹਾਂਜੀ ਕਿਰਨ ਜੀ, ਕੀ ਸਵਾਲ ਹੈ?
ਹਾਂਜੀ ਮੈਮ ਮੈਂ ਪੁੱਛਣਾ ਸੀਗਾ ਕਿ ਮੈਂ ਨਾ ਮਾਸਟਰਸ ਲਈ ਯੂਐਸਏ ਦਾ ਸੋਚ ਰਹੀ ਹਾਂ ਤੇ ਠੀਕ ਹੈ, ਹਾਂਜੀ। ਕਿਹੜੇ ਈਅਰ ਵਿੱਚ ਤੁਸੀਂ ਇਹਦਾ ਕੀ ਪ੍ਰੋਸੈਸ ਹੈ? ਗ੍ਰੈਜੂਏਸ਼ਨ ਕਿਹੜੇ ਈਅਰ ਵਿੱਚ ਕੀਤੀ ਹੈ? 21 ਚ। ਹਾਂਜੀ 21 ਵਿੱਚ। ਹਾਂਜੀ ਠੀਕ ਹੈ, ਕਿੰਨੀ ਪਰਸੈਂਟੇਜ ਹੈ? ਮੇਰੀ 60। 60, ਹਾਂਜੀ ਠੀਕ ਹੈ। ਹਾਂਜੀ ਤੇ ਮੈਮ ਵਿਦਆਊਟ ਆਇਲਸ ਹੋ ਸਕਦਾ ਹੈ ਕਿ ਵਿਦ ਆਇਲਸ ਹੋ ਸਕਦਾ ਹੈ? ਹਾਂਜੀ ਸਰ। ਬਿਲਕੁਲ, ਬਹੁਤ ਸਾਰੇ ਬੱਚਿਆਂ ਦਾ ਸਵਾਲ ਹੈ, ਕਿਰਨ ਦਾ ਸਵਾਲ ਹੈ ਕਿ ਅੱਜ ਵਿਦਆਊਟ ਆਈਲੈਟਸ ਹੋ ਸਕਦਾ, ਮਾਸਟਰਸ ਲਈ ਜਾਣਾ ਚਾਹੁੰਦੇ ਹੋ। ਤੇ ਕਿਰਨ ਸਪੈਸੀਫਿਕ ਜੀ ਗੱਲ ਹੈ, ਜੇ ਤੁਹਾਡੀ ਡਿਗਰੀ ਜਿਹੜੀ ਹੈ ਗ੍ਰੈਜੂਏਸ਼ਨ ਦੀ ਉਹ ਅਗਰ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਬੇਟਾ, ਮੈਂ ਬਹੁਤ ਕਲੀਅਰਲੀ ਸਮਝਾਉਣਾ ਚਾਹੁੰਦਾ ਵਾਂ। ਕਈ ਮੇਰੇ ਇੱਥੇ ਵੀਰ ਭੈਣ ਭਰਾ ਜਿਹੜੇ ਬੈਠੇ ਹੋਣੇ ਆ, ਦੇਖਦੇ ਹੋਣੇ ਟੀਵੀ, ਉਹਨਾਂ ਨੂੰ ਲੱਗੂਗਾ ਕਿ ਲੈ ਵੀ ਅੱਜ ਆਪਾਂ ਵਿਦਆਊਟ ਆਈਲੈਟਸ ਜਾ ਸਕਦੇ ਆ। ਜੇ BA ਕੀਤੀ ਹੈ, ਪੰਜਾਬੀ 'ਚ ਆ, ਹਿੰਦੀ 'ਚ ਆ, ਫਿਰ ਮੁਸ਼ਕਿਲ ਆ, ਫਿਰ ਇੰਗਲਿਸ਼ ਦਾ ਟੈਸਟ ਕਰਨਾ ਪੈਣਾ। ਇੰਗਲਿਸ਼ ਕਰ ਲਓ, ਡੁਓਲਿੰਗੋ ਕਰ ਲਓ, PT ਕਰ ਲਓ, ਟੋਫਲ ਕਰ ਲਓ, ਕੋਈ ਵੀ ਚਾਰਾਂ 'ਚੋਂ ਅਟੈਂਪਟ ਕਰ ਲਓ, ਵੀਜ਼ਾ ਹੋ ਜਾਊਗਾ। ਬਟ ਜੇ ਤੁਸੀਂ BA ਕੀਤੀ ਹੈ ਹਿੰਦੀ ਮੀਡੀਅਮ ਦੇ ਵਿੱਚ ਜਾਂ ਪੰਜਾਬੀ 'ਚ ਕੋਈ ਵੀ ਐਜੂਕੇਸ਼ਨ ਗ੍ਰੈਜੂਏਸ਼ਨ ਕੀਤੀ ਹੈ, ਫਿਰ MOI ਨਹੀਂ ਮਿਲਦਾ, ਮੀਡੀਅਮ ਆਫ ਇੰਸਟਰਕਸ਼ਨ ਨਹੀਂ ਮਿਲਦਾ। ਜੇ ਅਦਰ ਦੈਨ ਇਸ ਤੋਂ ਤੁਸੀਂ ਕੋਈ ਵੀ ਐਜੂਕੇਸ਼ਨ ਹਾਸਲ ਕਰ ਲਈ ਹੈ, ਗ੍ਰੈਜੂਏਟ ਹੋ ਚੁੱਕੇ ਹੋ 3 ਸਾਲ ਦੇ ਜਾਂ 4 ਸਾਲ ਦੇ, ਤੇ ਬਿਲਕੁਲ ਡੈਫੀਨੇਟਲੀ ਤੁਸੀਂ ਅੱਗੇ ਵੱਧ ਸਕਦੇ ਹੋ। MI ਬੇਸਿਸ ਦੇ ਉੱਤੇ ਵਧੀਆ ਸਟੇਟ ਯੂਨੀਵਰਸਿਟੀਆਂ ਤੁਹਾਨੂੰ ਐਡਮਿਸ਼ਨ ਦੇਣਗੀਆਂ ਮਾਸਟਰਸ ਦੇ ਵਿੱਚ। ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਬੜਾ ਹੀ ਆਸਾਨੀ ਨਾਲ ਵੀਜ਼ਾ ਲਿਆ ਜਾ ਸਕਦਾ। ਹਰ ਬੱਚੇ ਨੂੰ US ਅੱਜ ਦੀ ਡੇਟ 'ਚ ਵੀਜ਼ਾ ਦੇਣ ਲਈ ਤਿਆਰ ਹੈਗਾ, ਬਟ ਬੱਚਾ ਪ੍ਰੈਜ਼ੈਂਟੇਬਲ ਹੋਣਾ ਚਾਹੀਦਾ ਵਾ, ਪ੍ਰੈਜ਼ੈਂਸ ਆਫ ਮਾਈਂਡ ਹੋਣਾ ਚਾਹੀਦਾ ਉਹਦੇ ਅੰਦਰ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅਗਲੇ ਕਾਲਰ ਲਾਈਨ ਤੇ ਨੇ ਸਾਡੇ ਨਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਨਮਨਪ੍ਰੀਤ ਗੱਲ ਕਰ ਰਹੇ ਜੀ, ਪਟਿਆਲੇ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਇਹਦਾ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ BA ਕਰੀ ਹੋਈ ਹੈ ਜੀ, 70% ਨੰਬਰ ਹੈ ਜੀ। ਓਕੇ, ਕਿਹੜੇ ਈਅਰ ਵਿੱਚ ਕੀਤੀ ਹੈ BA? BA ਕਰੀ ਹੈ ਜੀ, ਲਾਸਟ ਈਅਰ ਹੀ ਕਰੀ ਹੈ 2020 ਵਿੱਚ ਕੀਤੀ ਹੈ। ਓਕੇ ਠੀਕ ਹੈ, ਤੇ ਆਇਲਸ ਕਲੀਅਰ ਕੀਤਾ ਤੁਸੀਂ? ਆਈਐਲਟਸ ਕਰੀ ਹੋਈ ਜੀ। ਕਿੰਨਾ ਸਕੋਰ ਹੈ? ਓਵਰਆਲ 6। ਓਵਰਆਲ 6 ਹੈ, ਕਿਸੇ ਇੱਕ ਵਿੱਚ ਘੱਟ ਤਾਂ ਨਹੀਂ ਹੈ? ਨਾ ਜੀ, ਓਵਰਆਲ 6। ਠੀਕ ਹੈ, ਹਾਂਜੀ। ਬੇਸਿਕਲੀ ਕਿਹੜੀ ਕੰਟਰੀ ਬਾਰੇ ਪੁੱਛ ਰਹੇ ਨੇ? ਕੈਨੇਡਾ। ਕੈਨੇਡਾ ਬਾਰੇ ਜਦੋਂ BA ਦੀ ਗੱਲ ਆ ਜਾਂਦੀ ਹੈ 6 ਚ ਆ, ਕਹਿੰਦੇ ਕਿਸੇ ਚੋਂ ਘੱਟ ਨਹੀਂ ਹੈਗਾ ਨੰਬਰ। ਸੋ ਮੈਨੂੰ ਲੱਗਦਾ ਕਿ ਇੱਕ ਪਰਫੈਕਟ ਫਾਈਲ ਹੈ। 60% ਮਤਲਬ ਫਸਟ ਡਿਵੀਜ਼ਨ ਦੇ ਵਿੱਚ ਆਪਾਂ ਪਾਸ ਹੋ ਗਏ ਹਾਂ, ਔਰ ਆਪਾਂ BA ਕੀਤੀ ਹੋਈ ਹੈ। ਔਰ BA ਨਾ 100% ਰੈਲੇਵੈਂਟ ਪ੍ਰੋਗਰਾਮ HRM ਹੈ, ਪਬਲਿਕ ਰਿਲੇਸ਼ਨ ਇਵੈਂਟ ਮੈਨੇਜਮੈਂਟ ਹੈ। MBA ਵੀ ਕਰ ਸਕਦੇ ਹੋ ਜੇ ਤੁਸੀਂ ਜਾਣਾ ਚਾਹੁੰਦੇ ਹੋ, ਬਟ ਫਾਊਂਡੇਸ਼ਨ ਨਾਲ ਲੱਗ ਜਾਣਾ ਵਾ MBAF। ਫਾਊਂਡੇਸ਼ਨ ਮਤਲਬ ਪ੍ਰਾਇਰ ਤੁਹਾਨੂੰ ਨੌਲੇਜ ਨਹੀਂ ਹੈ ਬਿਜ਼ਨਸ ਦੀ, ਇਸ ਕਰਕੇ ਤੁਹਾਨੂੰ ਨੀਂਹ ਪੱਕੀ ਕੀਤੀ ਜਾਊਗੀ, ਫਿਰ ਤੁਹਾਨੂੰ MBA 'ਚ ਐਡਮਿਸ਼ਨ ਦਿੱਤੀ ਜਾਊਗੀ। ਇਹ ਵੀ ਪੋਸੀਬਲ ਹੈ। ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਜੀ, ਤੁਸੀਂ ਕਦੀ ਵੀ ਐਡੂਲੈਂਡ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਵਧੇਰੀ ਜਾਣਕਾਰੀ ਲਈ ਆਫਿਸ ਬਿਲਕੁਲ ਵਿਜ਼ਿਟ ਕਰਨਾ ਪੈਣਾ ਇੱਕ ਵਾਰ। ਜੀ ਬਿਲਕੁਲ। ਸੋ ਕਿਉਂਕਿ ਉਹੀ ਗੱਲ ਆਉਂਦੀ ਕਿ ਹਰੇਕ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਹਰੇਕ ਦਾ ਪ੍ਰੋਸੀਜਰ ਕਿਵੇਂ, ਉਹਦੀ ਫਾਈਲਿੰਗ ਦਾ ਕੰਮ ਹੋਣਾ, ਡਾਕੂਮੈਂਟੇਸ਼ਨ ਕਿਵੇਂ ਹੋਣੀ ਹੈ, ਉਹ ਤੁਹਾਡੇ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਕਲੀਅਰ ਹੋ ਸਕਦਾ ਹੈ। ਫੋਨ ਦੇ ਉੱਪਰ ਜਿੰਨੀ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਉਸ ਨੂੰ ਦੇਖਦਿਆਂ ਹੋਇਆ ਹੀ ਤੁਹਾਨੂੰ ਦੱਸਿਆ ਜਾਂਦਾ, ਪਰ ਐਗਜ਼ੈਕਟ ਇਨਫੋਰਮੇਸ਼ਨ ਤੁਹਾਡੇ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਤੁਹਾਨੂੰ ਦਿੱਤੀ ਜਾ ਸਕਦੀ ਹੈ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸਭ ਤੋਂ ਬੈਸਟ ਰਹਿਣ ਵਾਲੀ ਹੈ। ਇੱਥੇ ਮੈਂ ਗੱਲ ਕਰਨਾ ਚਾਹੂੰਗੀ USA ਦਾ ਥੋੜਾ ਜਿਹਾ ਇੱਕ ਸਵਾਲ ਹੋਰ ਕਲੀਅਰ ਕਰਕੇ ਕਿ ਕਿਹੜੇ ਇਨਟੇਕ ਲਈ ਹੁਣ ਸਟੂਡੈਂਟਸ ਅਪਲਾਈ ਕਰ ਸਕਦੇ ਨੇ, ਕਿਹੜੇ ਸਟੂਡੈਂਟਸ ਨੂੰ USA ਅੱਜ ਦੇ ਟਾਈਮ ਵਿੱਚ ਬੈਸਟ ਆਪਸ਼ਨ ਹੈ, ਉਹਨਾਂ ਨੂੰ ਇਨਟੇਕ ਜੋ ਹੈ ਖੁੰਝਾਉਣਾ ਨਹੀਂ ਚਾਹੀਦਾ। ਬਿਲਕੁਲ ਰਾਈਟ ਨਾਓ ਆਪਾਂ ਅਗਸਤ ਵਿੱਚ ਬੈਠੇ ਹਾਂ, 100% ਰੈਲੇਵੈਂਟ ਟੇਕ ਸਾਡੇ ਕੋਲ ਜਨਵਰੀ ਹੈਗਾ। ਜਨਵਰੀ ਦੇ ਲਈ ਮੈਂ ਦੱਸ ਦੇਣਾ ਚਾਹੁੰਦਾ, ਬੱਚਿਆਂ ਦੇ ਜ਼ਿਹਨ 'ਚ ਸਵਾਲ ਹੁੰਦਾ I-20 ਕਿੰਨੀ ਛੇਤੀ ਆਊਗੀ। ਮੁੱਦਾ ਹੀ I-20 ਹੈ USA 'ਚ ਲੈ ਕੇ, ਬਾਕੀ ਕਿਸੇ ਚੀਜ਼ ਦੇ ਉੱਤੇ ਫੋਕਸ ਨਹੀਂ ਕੀਤਾ ਜਾਂਦਾ। ਸੋ I-20 ਅਗਰ ਕਮਿਊਨਿਟੀ ਕਾਲਜ ਵਿੱਚ ਇੱਕ ਤੁਸੀਂ ਪਾਉਂਦੇ ਹੋ, ਨਾਲ ਤੁਸੀਂ ਸਰਕਾਰੀ ਯੂਨੀਵਰਸਿਟੀ ਦੀ ਕੰਡੀਸ਼ਨਲ ਆਫਰ ਲੈਟਰ ਲੈਣਾ ਚਾਹੁੰਦੇ ਹੋ, ਦੋਨਾਂ ਦਾ ਕੰਬੀਨੇਸ਼ਨ ਜਿਹਨੂੰ ਕੰਬੋ ਪ੍ਰੋਡਕਟ ਕਹਿੰਦੇ ਆ, ਮੈਂ ਕੰਬੋ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਇਹਦੇ ਵਿੱਚ ਤੁਹਾਨੂੰ ਲੱਗੇਗਾ 15 ਤੋਂ 20 ਦਿਨ ਦਾ ਸਮਾਂ। ਜੇ ਤੁਸੀਂ ਸਟੇਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, I-20 ਲੈਣਾ ਚਾਹੁੰਦੇ ਹੋ, ਤੁਹਾਨੂੰ ਲੱਗਣਗੇ 30 ਤੋਂ 40 ਦਿਨ ਦਾ ਸਮਾਂ। ਜੇ ਤੁਸੀਂ ਇੱਕ ਬਹੁਤ ਰਿਨਾਊਂਡ ਸਰਕਾਰੀ ਯੂਨੀਵਰਸਿਟੀ ਲਾਈਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਹੋ ਗਈ ਜਾਂ ਹੋਰ ਟੌਪ ਯੂਨੀਵਰਸਿਟੀਜ਼ ਹੋ ਗਈਆਂ ਰੈਂਕਡ, ਉੱਥੇ ਆਪਾਂ ਨੂੰ ਲੱਗ ਸਕਦੇ 2 ਮਹੀਨੇ ਦਾ ਸਮਾਂ। ਇਹ ਕਲੈਰਿਟੀ ਹੈ, ਅਸੀਂ ਹਰ ਚੀਜ਼ ਨੂੰ ਇੱਕੋ ਤਰ੍ਹਾਂ ਨਾਲ ਨਹੀਂ ਤੋਲ ਸਕਦੇ। ਇਹ ਬਿਲਕੁਲ ਧਿਆਨ ਰੱਖਣਾ ਪੈਣਾ ਕਿ ਤੁਸੀਂ ਕਿਹੜੇ ਇੰਸਟੀਟਿਊਸ਼ਨ 'ਚ ਅਪਲਾਈ ਕੀਤਾ। ਆਲ ਆਰ ਓਪਨ ਫॉर ਜਨਵਰੀ ਇਨਟੇਕ ਐਂਡ ਆਈ ਐਮ ਇਨਵਾਈਟਿੰਗ ਟੂ ਆਲ ਆਫ ਯੂ ਹੂ ਆਰ ਵੈਰੀ ਇੰਟਰਸਟਿਡ ਫॉर ਦਾ USA, ਕਿ ਜਿਹੜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ, ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ।
ਤੇ ਮੈਂ ਤੁਹਾਨੂੰ ਇਨਵਾਈਟ ਕਰਦਾ ਵਾਂ ਕਿ ਤੁਸੀਂ ਇਹਦੇ ਵਿੱਚ ਆ ਕੇ ਸਾਡੇ ਕੋਲ ਮਿਲੋ। ਜਨਵਰੀ ਇਨਟੇਕ ਦੇ ਲਈ ਹਾਲੇ ਹਰ ਤਰ੍ਹਾਂ ਦਾ ਪ੍ਰੋਗਰਾਮ ਹਰ ਤਰ੍ਹਾਂ ਦੇ ਇੰਸਟੀਟਿਊਸ਼ਨ ਦੇ ਵਿੱਚ ਪਿਆ ਵਾ ਔਰ ਤੁਹਾਡਾ ਪ੍ਰੋਸੈਸ ਜਿਹੜਾ ਉਹ ਬੜਾ ਹੀ ਸਮੂਥਲੀ ਚੱਲੇਗਾ। ਹੁਣ ਇੰਟਰਵਿਊ ਵੀ ਨਾਰਮਲਾਈਜ਼ ਹੋ ਚੁੱਕੀਆਂ ਨੇ, ਤੁਹਾਨੂੰ ਕੋਈ ਵੀ ਜ਼ਹਿਮਤ ਨਹੀਂ ਉਠਾਣੀ ਪੈਂਦੀ, ਜ਼ਿਆਦਾ ਕੁਝ ਨਹੀਂ ਕਰਨਾ ਪੈਂਦਾ। ਨਾਰਮਲੀ ਅਸੀਂ ਜਦੋਂ $160 ਭਰਾਂਗੇ ਤੇ ਸਾਨੂੰ ਇੰਟਰਵਿਊ ਦਿਖੇਗੀ, ਅਸੀਂ ਬੁੱਕ ਕਰ ਸਕਦੇ ਹਾਂ। ਜੀ 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 ਬਿਲਕੁਲ। ਚਲੋ ਇਹ USA ਦੀ ਗੱਲ ਸੀ, ਆਪਾਂ ਕੈਨੇਡਾ ਦੀ ਅਗਰ ਗੱਲ ਕਰੀਏ ਕਿਉਂਕਿ ਕਾਲਰਸ ਦੇ ਵੀ ਕਈ ਸਵਾਲ ਕੈਨੇਡਾ ਨੂੰ ਲੈ ਕੇ ਆ ਹੀ ਰਹੇ ਨੇ, ਤਾਂ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ ਕਿ SDS ਜਾਂ ਨੌਨ SDS ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਰਿਜ਼ਲਟਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸਕੋਪ ਦਿਖ ਰਿਹਾ, ਕਿਉਂਕਿ ਵਿੱਚ ਇੱਕ ਜਿਵੇਂ ਕਾਲਰ ਸੀ ਉਹਨਾਂ ਨੇ PTE ਨੂੰ ਲੈ ਕੇ ਵੀ ਸਵਾਲ ਕੀਤਾ ਸੀ, ਤਾਂ SDS ਜਾਂ ਨੌਨ SDS ਕਿਸ ਦਾ ਰਿਜ਼ਲਟ ਜ਼ਿਆਦਾ ਅੱਛਾ ਦੇਖਣ ਨੂੰ ਮਿਲ ਰਿਹਾ ਹੈ? ਦੇਖੋ ਇਸ ਟਾਈਮ ਜਿਹੜਾ ਰੁਝਾਨ ਹੈ ਉਹ ਮਿਕਸਡ ਹੈਗਾ। ਓਕੇ, ਜੇ ਤੁਸੀਂ ਦੇਖੋਗੇ ਤੇ PT ਵਾਲੇ ਵੀ ਵੀਜ਼ੇ ਆ ਰਹੇ ਨੇ, IELTS ਦੇ 6 ਵਾਲੇ ਵੀ ਵੀਜ਼ੇ ਆ ਰਹੇ ਨੇ। 5.5 ਕਿਤੇ ਨਾ ਕਿਤੇ ਥੋੜਾ ਜਿਹਾ ਸਲੋ ਡਾਊਨ ਹੋਇਆ ਵਾ, ਪਰ PT ਨੂੰ ਕੰਪੈਰੀਜ਼ਨ ਨਹੀਂ ਕਰ ਸਕਦਾ। SDS ਨੌਨ SDS ਕੀ ਹੁੰਦਾ ਹੈ? PT ਆਲਵੇਜ਼ ਕੈਰੀ ਵਿਦ ਦਾ ਨੌਨ SDS, ਸਾਨੂੰ ਪਤਾ ਹੋਣਾ ਚਾਹੀਦਾ, ਬਟ ਉਹਦਾ ਰਿਜ਼ਲਟ PT ਦਾ ਰਿਜ਼ਲਟ ਔਰ ਇੱਕ ਚ 5.5 ਵਾਲੇ ਚ ਬਹੁਤ ਡਿਫਰੈਂਸ ਹੈਗਾ। ਓਕੇ, ਉੱਥੇ ਤੁਸੀਂ ਥੋੜਾ ਜਿਹਾ ਮੈਂ ਤੁਹਾਨੂੰ ਕਹੂੰਗਾ ਜੇ 5.5 ਇੱਕ ਚੋਂ ਹੈ, ਪਲਾਨ ਆਊਟ ਫॉर ਐਨੀ ਅਦਰ ਕੰਟਰੀ। ਤੁਸੀਂ US ਜਾ ਸਕਦੇ ਹੋ, ਤੁਸੀਂ UK ਜਾ ਸਕਦੇ ਹੋ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ, ਨਿਊਜ਼ੀਲੈਂਡ ਖੁੱਲ ਰਿਹਾ ਵਾ, ਤੁਸੀਂ ਉੱਥੇ ਦਾ ਵੀ ਪਲਾਨ ਕਰ ਸਕਦੇ ਹੋ। ਜੇ ਤੁਸੀਂ ਯੂਰਪ ਜਾਣਾ ਚਾਹੁੰਦੇ ਹੋ, ਤੁਸੀਂ ਜਰਮਨੀ ਵੀ ਜਾ ਸਕਦੇ ਹੋ। ਬਹੁਤ ਸਾਰੇ ਤੁਹਾਡੇ ਕੋਲ ਆਪਸ਼ਨ ਆ ਜਾਣਗੇ 5.5। ਪਰ PT ਜੇ ਹੈਗਾ ਤੁਹਾਡਾ, ਜੇ ਤੁਹਾਡਾ ਥੰਬ ਰੂਲ ਹੈ 6 ਚਾਹੀਦੇ, 6.5 ਦੇ ਬਰਾਬਰ PT ਹੈਗਾ, ਤੇ ਤੁਸੀਂ ਆਪਣਾ ਬੇਚਿੰਤ ਹੋ ਕੇ ਵੀਜ਼ਾ ਅਪਲਾਈ ਕਰੋ। ਬਿਲਕੁਲ ਡਰਨ ਦੀ ਲੋੜ ਨਹੀਂ ਹੈ। SDS ਹੋਵੇ ਨੌਨ SDS ਹੋਵੇ, ਇੱਕ ਗੱਲ ਦਾ ਧਿਆਨ ਰੱਖਣਾ ਕਿ ਸਾਲ ਦੀ ਫੀਸ GIC ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਤੁਹਾਡਾ ਸਕਸੈਸ ਰੇਟ ਮੇਨਟੇਨ ਰਹੂਗਾ। ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੀ ਸਟੇਟਮੈਂਟ ਆਫ ਪਰਪਸ। ਇਹ ਸਾਰੀਆਂ ਚੀਜ਼ਾਂ ਹਰ ਬੱਚਾ ਕਰਦਾ ਵਾ, ਸਟੇਟਮੈਂਟ ਆਫ ਪਰਪਸ ਹਰ ਬੱਚਾ ਸਹੀ ਨਹੀਂ ਲਾ ਪਾ ਰਿਹਾ, ਬਿਲਕੁਲ, ਕਿਉਂਕਿ ਥੋੜੀ ਗਾਈਡੈਂਸ ਦੀ ਕਮੀ ਕਿਤੇ ਨਾ ਕਿਤੇ ਉਹਨਾਂ ਦੇ ਕੰਸਲਟੈਂਟ, ਉਹਨਾਂ ਦੇ ਏਜੰਟ ਵੱਲੋਂ ਹੈ, ਤੇ ਉਹ ਕਿਉਂਕਿ ਫਟਾਫਟ ਫਾਈਲ ਨੂੰ ਲੌਂਚ ਕਰਨਾ ਚਾਹੁੰਦੇ ਨੇ। ਤੁਸੀਂ ਰਿਐਲਿਟੀ ਦੇ ਉੱਤੇ SOP ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤੇ ਘੱਟੋ ਘੱਟ ਤੁਹਾਨੂੰ ਇੱਕ ਬੱਚੇ ਦੇ ਲਈ 3-4 ਦਿਨ ਚਾਹੀਦੇ ਆ ਜੀ SOP ਬਣਾਉਣੀ। ਆਪਾਂ SOP ਦੇ ਉੱਪਰ ਵੀ ਡਿਟੇਲ 'ਚ ਗੱਲ ਜ਼ਰੂਰ ਕਰਾਂਗੇ। ਕਾਲਰ ਲਾਈਨ ਤੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैम मैं फरीदकोट तो जानवी गल कर रही। हाँ जी, की सवाल है ਤੁਹਾਡਾ? हाँ जी मैम, मैं अपने ब्रदर के फाइल के लिए पूछना था, ऑस्ट्रेलिया स्टडी वीजा के लिए। ओके, प्रोफाइल ਦੱਸ ਦਿਓ ਉਹਨਾਂ ਦੀ। मैम ग्रेजुएशन की है 2020 आर्ट्स में। ठीक है, और 57% है तो। हाँ जी, हाँ जी, और PTA की है होम एडिशन 72% से। ओके, ਕਿਹੜੇ ਈਅਰ ਵਿੱਚ ਕੀਤੀ ਹੋਈ ਹੈ ਗ੍ਰੈਜੂਏਸ਼ਨ? 20 ਵਿੱਚ। ਓਕੇ, हाँ जी सर, ਆਸਟ੍ਰੇਲੀਆ ਲਈ ਅਪਲਾਈ Basically मैम के वीजा आ जाएगा? ਓਕੇ ਜੀ, हाँ जी। ਬੇਸਿਕਲੀ ਕੀ ਹੈ, ਜਦੋਂ ਅਸੀਂ 2020 ਪਾਸ ਆਊਟ ਲਈ ਦੇਖਦੇ ਆ ਆਸਟ੍ਰੇਲੀਆ ਦੇ ਲਈ, ਤਾਂ ਥੋੜਾ ਜਿਹਾ ਹਿਚਕਚਾਹਟ ਹੁੰਦੀ ਹੈ ਮਨ 'ਚ। ਪਰ ਇੱਥੇ ਇਹ ਥੋੜਾ ਜਿਹਾ ਡਿਫਰੈਂਟ ਸੀਗਾ ਕੁਐਸਚਨ, ਕਿਉਂਕਿ ਉਹ ਗ੍ਰੈਜੂਏਟ ਸੀਗੇ। ਗ੍ਰੈਜੂਏਟ ਤੋਂ ਬਾਅਦ ਜਿੰਨੇ ਮਰਜ਼ੀ ਅੱਗੇ ਐਕਸਪੀਰੀਅੰਸ ਹੋ ਸਕਦਾ, 10 ਤੋਂ 15 ਸਾਲ ਦਾ ਵੀ ਹੋ ਸਕਦਾ ਵਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਲੈ ਕੇ ਜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਇਹਨਾਂ ਦੇ ਡਾਕੂਮੈਂਟੇਸ਼ਨ ਦੇਖਣੇ ਜ਼ਰੂਰੀ ਹੈ, ਕਿਉਂਕਿ ਆਸਟ੍ਰੇਲੀਆ ਦਾ ਵੀਜ਼ਾ ਕਾਲ ਤੇ ਡਿਸਾਈਡ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਮੈਨੂੰ ਲੱਗਦਾ ਵਾ ਵੈਸੇ ਇਹ ਜਿਹੜਾ ਚੈਨਲ ਹੁੰਦਾ ਵਾ, ਇੱਥੇ ਅਸੀਂ ਬੈਠੇ ਆ, ਇੱਥੇ ਗੱਲਾਂ ਕਰਨ ਲਈ, ਤੁਹਾਡੇ ਨਾਲ ਰੂਬਰੂ ਹੋਣ ਲਈ, ਇਹ ਅਸੀਂ ਕੁਐਸਚਨਸ ਜਿਹੜੇ ਨਾਰਮਲ ਲੈਂਦੇ ਆ। ਜੇ ਤੁਸੀਂ ਪ੍ਰੋਪਰ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ, ਜਦ ਤੱਕ ਮੈਂ ਤੁਹਾਡੇ ਡਾਕੂਮੈਂਟ ਨਹੀਂ ਦੇਖ ਲੈਂਦਾ, ਇੰਡੀਵਿਜੂਅਲ ਸਬਜੈਕਟ ਦੇ ਮਾਰਕਸ ਨਹੀਂ ਦੇਖ ਲੈਂਦਾ, ਹਰ ਚੀਜ਼ ਤੁਹਾਡਾ ਡਿਸਕਸ ਨਹੀਂ ਕਰ ਲੈਂਦਾ, ਤੁਹਾਡੀ ਪਾਕਟ ਨੂੰ ਕੀ ਫਰੈਂਡਲੀ ਹੈ ਕੀ ਨਾਨ ਫਰੈਂਡਲੀ ਹੈ ਇਹ ਪੁੱਛ ਨਹੀਂ ਲੈਂਦਾ, ਤੁਹਾਨੂੰ ਦੱਸਣਾ ਬਹੁਤ ਮੁਸ਼ਕਿਲ ਹੁੰਦਾ ਵਾ ਕਿ ਤੁਹਾਡੇ ਲਈ ਸਹੀ ਚੀਜ਼ ਕਿਹੜੀ ਹੈ ਔਰ ਗਲਤ ਕਿਹੜੀ ਹੈ। ਵਨਸ ਯੂ ਆਰ ਇਨ ਫਰੰਟ ਆਫ ਮੀ, ਮੇਰੇ ਆਫਿਸ ਆਓਗੇ, ਬੈਠੋਗੇ ਸਾਹਮਣੇ, ਹਰ ਚੀਜ਼ ਦੇ ਉੱਤੇ ਡਿਸਕਸ ਹੋਊਗਾ, ਹਰ ਪਹਿਲੂ ਤੇ ਡਿਸਕਸ ਹੋਊਗਾ। ਉਦੋਂ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਾਂਗਾ ਉਹ ਪ੍ਰੈਕਟੀਕਲੀ ਵੀ ਪੋਸੀਬਲ ਹੋਊਗੀ। ਉਹ ਮਤਲਬ ਇੱਕ ਜੈਨੂਇਨਲੀ ਆਪਾਂ ਪ੍ਰੈਕਟੀਕਲ ਗਰਾਊਂਡ ਤੇ ਸੋਚ ਸਕਦੇ ਆ ਕਿ ਇਹ ਤੇ ਵਰਕਆਊਟ ਕੀਤਾ ਜਾ ਸਕਦਾ, ਇਹ ਕੰਮ ਹੋ ਸਕਦਾ, ਕਿਉਂਕਿ ਕੰਸਲਟੈਂਟ ਨੂੰ ਹਮੇਸ਼ਾ ਪਤਾ ਹੁੰਦਾ ਵਾ ਕਿ ਜਿਹੜਾ ਮੇਰੇ ਸਾਹਮਣੇ ਬੱਚਾ ਬੈਠਾ ਹੋਇਆ ਵਾ, ਇਹਦੇ ਵੀਜ਼ਾ ਦੇ ਚਾਂਸਸ ਕਿੰਨੇ ਹੈਗੇ ਆ, ਬਿਲਕੁਲ ਇਹਦਾ ਕਿੰਨੇ % ਵੀਜ਼ਾ ਲੱਗਣਾ, ਇਹਦਾ ਲੱਗਣਾ ਜਾਂ ਨਹੀਂ ਲੱਗਣਾ, ਸਭ ਪਤਾ ਹੁੰਦਾ ਹੈ। ਸੋ ਇਹ ਚੀਜ਼ ਹੈ, ਇਹ ਜਿਹੜਾ ਮਾਧਿਅਮ ਹੈ ਬਿਲਕੁਲ ਤੁਹਾਡੇ ਨਾਲ ਕਨੈਕਟ ਕਰਨ ਦਾ ਵਾ, ਤੁਹਾਡੇ ਨਾਲ ਗੱਲਬਾਤ ਕਰਨ ਦਾ ਵਾ, ਤੁਹਾਨੂੰ ਆਪਣੇ ਬਾਰੇ ਦੱਸਣ ਦਾ ਵਾ, ਆਪਣੇ ਐਕਸਪੀਰੀਅੰਸ ਦੱਸਣ ਦਾ ਵਾ ਇੱਥੇ ਬੈਠ ਕੇ, ਜਾਂ ਸਾਡਾ ਸਕਸੈਸ ਰੇਟ ਕੀ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਦਫ਼ਤਰ ਆਉਂਦੇ ਹੋ, ਫਿਰ ਮਿਲਦੇ ਹੋ, ਫਾਈਨਲੀ ਟਰਸਟ ਬਣਦਾ ਵਾ, ਅਸੀਂ ਗੱਲਬਾਤ ਕਰਦੇ, ਫਿਰ ਅਸੀਂ ਅੱਗੇ ਵਧਦੇ। ਸੋ ਮੈਂ ਇਨਵਾਈਟ ਕਰਦਾ ਵਾਂ ਸਾਰੇ ਵਿਊਅਰਸ ਨੂੰ, ਇੱਕ ਵਾਰੀ ਦਫ਼ਤਰ ਜ਼ਰੂਰ ਵਿਜ਼ਿਟ ਕਰੋ। ਪ੍ਰੋਫਾਈਲ ਕਿਸੇ ਵੀ ਢੰਗ ਦੀ ਹੈ, ਮੈਨੂੰ 1% ਵੀ ਕੁਤਾਹੀ ਨਹੀਂ ਹੈ ਕਿ ਮੈਂ ਤੁਹਾਨੂੰ ਮਨਾ ਕਰਨ 'ਚ ਹਿਚਕਚਾਊਂਗਾ। ਮੈਂ ਸਾਫ਼ ਦੱਸਾਂਗਾ ਕਿ ਤੁਹਾਡਾ ਵੀਜ਼ਾ ਨਹੀਂ ਹੋ ਸਕਦਾ ਔਰ ਤੁਹਾਡਾ ਹੋ ਸਕਦਾ।
ਜੀ ਬਿਲਕੁਲ। ਸੋ ਐਡਰੈਸ ਦੀ ਡਿਟੇਲਸ ਵੀ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਸੀਂ ਨੋਟ ਕਰ ਲਓ। ਜਦੋਂ ਤੁਹਾਨੂੰ ਈਜ਼ੀ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰੋ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਪ੍ਰਗਟ ਸਿੰਘ ਬੋਲ ਰਿਹਾ ਜੀ, ਲੁਧਿਆਣੇ ਤੋਂ। ਜੀ ਕੀ ਸਵਾਲ ਹੈ ਤੁਹਾਡਾ? ਮੈਂ ਨਾ ਆਪਣੇ ਬੇਟੇ ਲਈ ਪੁੱਛਣਾ ਸੀਗਾ। ਉਹਨੇ ਆਪਣਾ ਹੁਣੇ ITI ਕਰੀ ਸੀ ਤੇ ਉਸ ਤੋਂ ਬਾਅਦ UK ਲਈ ਪੁੱਛਣਾ ਹੈ। ਯੂਕੇ ਲਈ? ਓਕੇ ਹਾਂਜੀ ਠੀਕ ਹੈ। ITI ਕੀਤੀ, ਯੂਕੇ ਲਈ ਅਪਲਾਈ ਕਰਨਾ ਚਾਹੁੰਦੇ ਨੇ। ਬਿਲਕੁਲ। ਮੈਂ ਦੇਖੋ ਹੁਣ ਐਕਚੁਅਲੀ ਕੀ ਹੁੰਦਾ ਕਿ ਜਦੋਂ ਅਸੀਂ ਇੱਥੇ ਬੈਠੇ ਹਾਂ, ਇੱਕ ਲਿਮਿਟਿਡ ਇਨਫੋਰਮੇਸ਼ਨ ਆਈ ਮੇਰੇ ਕੋਲ ਕਿ ITI ਕੀਤੀ ਹੋਈ ਹੈ ਔਰ ਉਹ UK ਜਾਣਾ ਚਾਹੁੰਦੇ ਨੇ। ਸੋ ਹੁਣ ਕੀ ਹੁੰਦਾ ਵਾ ਕਿ ਅੱਗੇ ਮੇਰੇ ਬਹੁਤ ਸਾਰੇ ਸਵਾਲ ਆ ਜਾਂਦੇ ਨੇ ਕਿ 10th ਕਦੋਂ ਹੋਈ, 12th ਕਦੋਂ ਹੋਈ, 10th ਤੋਂ ਬਾਅਦ ITI ਕੀਤੀ ਜਾਂ 12th ਤੋਂ ਬਾਅਦ ਕੀਤੀ, ITI ਕਿੰਨੇ ਸਾਲ ਦੀ ਸੀ, ਕਿਹੜੇ ਟ੍ਰੇਡ ਵਿੱਚ ਸੀਗੀ, ਔਰ ਇਸ ਟ੍ਰੇਡ ਦੇ ਵਿੱਚ ਕਿੰਨੇ ਪਰਸੈਂਟੇਜ ਆਏ, ਕੋਈ ਬੈਕਲੌਗ ਤਾਂ ਨਹੀਂ ਸੀ, ਕੋਈ ਸਪਲੀ ਤਾਂ ਨਹੀਂ ਆਈ ਕਦੀ ਡਿਪਲੋਮੇ ਦੇ ਵਿੱਚ ਜਿਹੜੇ ITI। ਤੁਸੀਂ ਮੇਰੇ ਸਵਾਲ ਸਮਝੋ। ਇਹ ਸਾਰੇ ਜਿਹੜੇ ਸਵਾਲ ਆ ਮੇਰੇ ਜ਼ਿਹਨ 'ਚ, ਇਹ ਜਦ ਤੱਕ ਕਲੀਅਰ ਨਹੀਂ ਹੁੰਦੇ ਤਦ ਤੱਕ ਮੈਂ ਮੇਰੇ ਅੰਦਰੋਂ ਸ਼ੋਰਟੀ ਨਾਲ ਆਵਾਜ਼ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਹਿ ਪਾਵਾਂ ਸਰ ਇਹ ਵੀਜ਼ਾ ਹੋ ਜਾਊਗਾ। ਸੋ ਉਹ ਚੀਜ਼ ਮੈਨੂੰ ਚਾਹੀਦੀ ਹੈ। ਮੈਂ ਤੁਹਾਡੀ ਪ੍ਰੋਫਾਈਲ ਨੂੰ ਪ੍ਰੋਪਰ ਅਸੈਸਮੈਂਟ ਕਰਨਾ ਚਾਹੁੰਦਾ। ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਸਕਰੀਨ ਦੇ ਉੱਤੇ 9915562155 WhatsApp ਵੀ ਚੱਲਦਾ ਇੱਥੇ। ਆਪਣੇ ਡਾਕੂਮੈਂਟ WhatsApp ਕਰ ਦਿਓ ਤਾਂ ਕਿ ਅਸੈਸਮੈਂਟ ਕਰਕੇ ਰੱਖੀਏ ਤੁਹਾਡੇ ਆਉਣ ਤੋਂ ਪਹਿਲਾਂ ਕਿ ਤੁਹਾਡੇ ਲਈ ਕੀ ਕੀ ਸਾਡੇ ਕੋਲ ਪ੍ਰਬੰਧ ਹੈਗਾ। ਬਿਲਕੁਲ ਬਿਲकुल। ਸੋ ਬਹੁਤ ਹੀ ਈਜ਼ੀ ਹੋ ਜਾਂਦਾ ਹੈ ਜੀ ਚੀਜ਼ਾਂ ਨਾਲ। ਤੁਸੀਂ ਆਪਣੇ ਡਾਕੂਮੈਂਟ ਜੋ ਹੈ ਉਹਨਾਂ WhatsApp ਕਰੋਗੇ ਤਾਂ ਪਹਿਲਾਂ ਅਸੈਸਮੈਂਟ ਹੋਏਗੀ ਤਾਂ ਤੁਹਾਨੂੰ ਬਹੁਤ ਚੀਜ਼ਾਂ ਟਾਈਮ ਦੀ ਤੁਹਾਡੀ ਬਹੁਤ ਸੇਵਿੰਗ ਹੋ ਜਾਂਦੀ ਹੈ ਨਾਲ ਨਾਲ। ਹੈਲੋ हेलो ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? मैम, नेहा बात कर रही हूँ कुरुक्षेत्र से। ਹਾਂਜੀ ਨੇਹਾ ਜੀ, ਕੀ ਸਵਾਲ ਹੈ ਤੁਹਾਡਾ? मैम, मैंने ना BSc की थी 2020 में 83% के साथ। ठीक है। मेरे को एक्चुअली कनाडा स्टडी वीजा देख रही हूँ, तो एक तो मेरे को रेलेवेंट कोर्सेज पूछनी है और मैं ये जानना चाहती हूँ कि जैसे कि अभी आपको पता है कि कनाडा एम्बेसी बहुत कम वीजा दे रही है, तो हमें कौन सी इनटेक के लिए अप्लाई करना चाहिए? जैन इनटेक सही रहेगा या फिर कोई और इनटेक देखें मैम? ਓਕੇ ਠੀਕ ਹੈ ਜੀ। ਤੁਸੀਂ ਆਪਣਾ ਸਵਾਲ ਦਾ ਜਵਾਬ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਹਾਂਜੀ ਸਰ। ਬੇਸਿਕਲੀ ਹੁਣ ਦੇਖੋ, ਫਿਰ ਮੈਂ ਬਾਰ-ਬਾਰ ਕਹਿਣਾ ਚਾਹੁੰਦਾ ਕਿ ਇੱਕ BSc ਨਾਨ ਮੈਡੀਕਲ 'ਚ ਵੀ ਹੈ, BSc ਮੈਡੀਕਲ 'ਚ ਵੀ ਹੈ, BSc ਮਤਲਬ ਕਾਫੀ ਫੀਲਡ ਦੇ ਵਿੱਚ ਆਪਾਂ ਦੇਖਦੇ ਤੋਂ ਆ ਜਾਂਦਾ ਹੈ। ਹੁਣ ਅਸੀਂ ਇਹਨਾਂ ਨੂੰ ਬਿਲਕੁਲ ਗਾਈਡ ਕਰ ਸਕਦੇ। ਪਹਿਲਾਂ ਮੈਂ ਇਹਨਾਂ ਦਾ ਸਵਾਲ ਦਾ ਜਵਾਬ ਦੇਣਾ ਚਾਹੁੰਦਾ, ਜਿੱਥੇ ਕਿ ਕੈਨੇਡਾ ਵੀਜ਼ਾ ਦੇ ਰਿਹਾ ਵਾ, ਬਿਲਕੁਲ ਵਧੀਆ ਦੇ ਰਿਹਾ ਵਾ। ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤਾਂ ਤੁਹਾਨੂੰ ਵੀਜ਼ਾ ਦੇ ਰਿਹਾ ਵਾ, ਕੋਈ ਐਸੀ ਗੱਲ ਨਹੀਂ ਹੈ। ਤੁਸੀਂ ਬੇਚਿੰਤ ਹੋ ਕੇ ਤੁਹਾਨੂੰ ਅਗਲੇ ਇਨਟੇਕ 'ਚ ਜਾਣ ਦੀ ਲੋੜ ਨਹੀਂ ਹੈ, ਤੁਸੀਂ ਜਨਵਰੀ ਲਈ ਹੀ ਅਪਲਾਈ ਕਰੋ। ਹਾਂ, ਪ੍ਰੋਗਰਾਮ ਸ਼ੁੱਡ ਬੀ ਰੈਲੇਵੈਂਟ। ਇਹ ਤੁਹਾਡਾ ਕੁਐਸਚਨ ਬਿਲਕੁਲ ਸਹੀ ਸੀ ਕਿ ਪ੍ਰੋਗਰਾਮ ਕੀ ਹੈ। ਪ੍ਰੋਗਰਾਮ ਰੈਲੇਵੈਂਸੀ ਹੋਣਾ ਬਹੁਤ ਜ਼ਰੂਰੀ ਹੈ। ਬੇਟਾ ਤੁਸੀਂ ਫੋਨ ਕੀਤਾ, ਇਸੇ ਨੰਬਰ ਦੇ ਉੱਤੇ WhatsApp ਕਰਨੇ ਆ ਡਾਕੂਮੈਂਟ, ਤੁਹਾਡੇ ਇੰਡੀਵਿਜੂਅਲ ਮਾਰਕਸ ਦੇਖ ਕੇ ਮੈਂ ਦੇਖਾਂਗਾ ਤੁਹਾਡੀ ਐਲੀਜੀਬਿਲਟੀ ਕੀ ਬਣਦੀ ਹੈ। ਸਾਡੇ ਕੋਲ ਰੈਲੇਵੈਂਟ ਪ੍ਰੋਗਰਾਮ ਹੈਗੇ ਨੇ ਜਿਹੜੇ ਕਿ BSc ਮੈਡੀਕਲ ਔਰ ਨਾਨ ਮੈਡੀਕਲ ਨਾਲ ਨੇ, ਬਟ ਬਿਫੋਰ ਸੀਨੀਅਰ ਡਾਕੂਮੈਂਟ ਮੈਂ ਕੁਝ ਦੱਸ ਨਹੀਂ ਪਾਊਂਗਾ ਜ਼ਿਆਦਾ। ਇੱਕ ਵਾਰੀ ਡਾਕੂਮੈਂਟ ਭੇਜ ਦਿਓ, ਨਾਲ ਦੀ ਨਾਲ ਅਸੈਸਮੈਂਟ ਹੋ ਕੇ ਤੁਹਾਡੇ ਕੋਲ ਪਹੁੰਚੇਗਾ। ਰੀਜ਼ਨ ਬੀਇੰਗ ਇਹਦੇ ਵਿੱਚ ਬਹੁਤ ਸਾਰੀ, ਹੁਣ ਤੁਸੀਂ ਆਇਲਟਸ ਤੁਹਾਡਾ ਕੀ ਹੈ, ਆਇਲਟਸ ਦੇ ਬਾਰੇ ਗੱਲ ਨਹੀਂ ਹੋਈ ਹੁੰਦੀ ਨਾ। ਹਾਂਜੀ ਹਾਂਜੀ, ਆਇਲਟਸ ਸਕੋਰ ਨਹੀਂ ਦੱਸਿਆ। ਆਇਲਟਸ ਸਕੋਰ ਨਹੀਂ ਦੱਸਿਆ। ਹੁਣ ਮੈਂ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਵਾਂ ਕਿ ਆਇਲਟਸ ਨਹੀਂ ਪਤਾ ਮੈਨੂੰ। ਸੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਆ ਰਿਹਾ ਵਾ ਤੇ ਮੇਰੇ ਕੋਲ 100% ਸੋਲੂਸ਼ਨ ਹੈ, ਬਟ ਵਿਦ ਦਾ 100% ਆਫ ਯੂਅਰ ਇਨਪੁਟ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਸ਼ੋਅ ਵਿੱਚ ਆ ਕੇ ਸਾਰੀਆਂ ਗੱਲਾਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜੋ ਸਾਂਝੀ ਕੀਤੀ ਹੈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।